ਸਤਿ ਸ਼੍ਰੀ ਅਕਾਲ, ਮੈਂ ਹਾਂ ਨੇਹਾ ਸ਼ਰਮਾ ਤੇ ਤੁਸੀਂ ਵੇਖ ਰਹੇ ਹੋ ਮੀਡੀਆ ਲਹਿਰ। ਚਲੋ ਹੁਣ ਨਜ਼ਰ ਮਾਰਦੇ ਹਾਂ ਇਸ ਹਫਤੇ ਦੀ ਬਿਜ਼ਨਸ ਜਗਤ ਦੀਆਂ ਵੱਡੀਆਂ ਤੇ ਖਾਸ ਖਬਰਾਂ ਤੇ। ਅਗਸਤ ਦੇ ਪਹਿਲੇ ਹੀ ਦਿਨ ਵਪਾਰੀਆਂ ਲਈ ਵੱਡੀ ਰਾਹਤ ਵਾਲੀ ਖਬਰ ਆਈ ਹੈ। ਦੇਸ਼ ਦੀਆਂ ਸਰਕਾਰੀ ਆਇਲ ਮਾਰਕੀਟਿੰਗ ਕੰਪਨੀਆਂ ਨੇ 19 ਕਿਲੋ ਵਾਲੇ ਕਮਰਸ਼ੀਅਲ ਯਾਨੀ ਹਵਾਈ ਗੈਸ ਸਿਲੰਡਰ ਦੀ ਕੀਮਤ ਵਿੱਚ 202 ਰੁਪਏ ਤੱਕ ਦੀ ਕਟੌਤੀ ਕਰ ਦਿੱਤੀ ਹੈ। ਇਸ ਕਟੌਤੀ ਤੋਂ ਬਾਅਦ ਕੋਲਕਾਤਾ ਵਿੱਚ ਇਸ ਸਿਲੰਡਰ ਦੀ ਕੀਮਤ 2872.50 ਰੁਪਏ ਰਹਿ ਗਈ ਹੈ। ਦਿੱਲੀ ਵਿੱਚ 19 ਕਿਲੋ ਵਾਲੇ ਕਮਰਸ਼ੀਅਲ ਸਿਲੰਡਰ ਦੀ ਕੀਮਤ 192 ਰੁਪਏ ਘਟਾ ਕੇ 2738 ਰੁਪਏ ਕਰ ਦਿੱਤੀ ਗਈ ਹੈ, ਜਦਕਿ ਪਹਿਲਾਂ ਇਹ 2930 ਰੁਪਏ ਦਾ ਮਿਲ ਰਿਹਾ ਸੀ। ਪਟਨਾ ਵਿੱਚ ਵੀ ਇਸ ਦੀ ਕੀਮਤ 3227 ਰੁਪਏ ਤੋਂ ਘਟਾ ਕੇ 3018 ਰੁਪਏ ਕਰ ਦਿੱਤੀ ਗਈ ਹੈ। ਇਹ ਸਿਲੰਡਰ ਮੁੱਖ ਤੌਰ ਤੇ ਹੋਟਲਾਂ, ਰੈਸਟੋਰੈਂਟਾਂ, ਢਾਬਿਆਂ ਅਤੇ ਕੇਟਰਿੰਗ ਸੇਵਾਵਾਂ ਵਿੱਚ ਵਰਤਿਆ ਜਾਂਦਾ ਸੀ। ਘਰੇਲੂ LPG ਸਿਲੰਡਰ ਦੀਆਂ ਕੀਮਤਾਂ ਵਿੱਚ ਫਿਲਹਾਲ ਕੋਈ ਬਦਲਾਅ ਨਹੀਂ ਕੀਤਾ ਗਿਆ। ਬਜਾਜ ਆਟੋ ਨੇ ਐਲਾਨ ਕੀਤਾ ਹੈ ਕਿ ਉਹ ਆਪਣੀ ਮਸ਼ਹੂਰ ਪਲਸਰ ਮੋਟਰਸਾਈਕਲ ਸੀਰੀਜ਼ ਦੀ ਨਵੀਂ ਜਨਰੇਸ਼ਨ 12 ਅਗਸਤ ਨੂੰ ਲਾਂਚ ਕਰਨ ਜਾ ਰਹੀ ਹੈ। ਕੰਪਨੀ ਨੇ ਹਾਲ ਤੱਕ ਮਾਡਲ ਦੇ ਨਾਮ ਦਾ ਖੁਲਾਸਾ ਨਹੀਂ ਕੀਤਾ, ਪਰ ਮੰਨਿਆ ਜਾ ਰਿਹਾ ਹੈ ਕਿ ਇਹ ਨਵੀਂ ਪਲਸਰ 125 ਜਾਂ ਫਿਰ ਪਲਸਰ 150 ਦਾ ਨਵਾਂ ਅਵਤਾਰ ਹੋ ਸਕਦੀ ਹੈ। ਟੀਜ਼ਰ ਅਤੇ ਟੈਸਟ ਮਾਡਲਾਂ ਤੋਂ ਸੰਕੇਤ ਮਿਲਦੇ ਹਨ ਕਿ ਨਵੀਂ ਬਾਈਕ ਵਿੱਚ ਮਸਕੂਲਰ ਡਿਜ਼ਾਈਨ, ਡਿਜੀਟਲ ਇੰਸਟਰੂਮੈਂਟ ਕਲਸਟਰ ਤੇ ਐਡਵਾਂਸ ਕਨੈਕਟੀਵਿਟੀ ਫੀਚਰ ਦਿੱਤੇ ਜਾਣਗੇ। ਬਜਾਜ ਦੀ ਯੋਜਨਾ ਤਿਉਹਾਰੀ ਸੀਜ਼ਨ ਤੋਂ ਪਹਿਲਾਂ ਕਈ ਨਵੇਂ 2 ਪਹੀਆ ਵਾਹਨ ਲਾਂਚ ਕਰਨ ਦੀ ਹੈ। MG ਮੋਟਰ ਇੰਡੀਆ ਨੇ ਆਪਣੀ 7 ਸੀਟਰ SUV MG ਹੈਕਟਰ ਪਲੱਸ ਡੀਜ਼ਲ ਨੂੰ 20 ਲੱਖ ਰੁਪਏ ਦੀ ਸ਼ੁਰੂਆਤੀ ਐਕਸ-ਸ਼ੋਰੂਮ ਕੀਮਤ ਤੇ ਲਾਂਚ ਕਰ ਦਿੱਤਾ ਹੈ। ਕੰਪਨੀ ਨੇ ਇਸ ਨੂੰ ਨਵੇਂ ਸ਼ਾਰਪ ਪ੍ਰੋ ਯਾਨੀ O ਟ੍ਰਿਮ ਵਿੱਚ ਪੇਸ਼ ਕੀਤਾ ਹੈ। ਹਾਲਾਂਕਿ ਇਸ ਵਾਰ 5 ਸੀਟਰ ਡੀਜ਼ਲ ਵੇਰੀਐਂਟ ਨੂੰ ਲਾਈਨਅਪ ਤੋਂ ਹਟਾ ਦਿੱਤਾ ਗਿਆ ਹੈ ਤੇ ਹੁਣ ਸਿਰਫ 7 ਸੀਟਰ ਡੀਜ਼ਲ ਵਿਕਲਪ ਹੀ ਉਪਲਬਧ ਹੋਵੇਗਾ। ਇਸ ਵਿੱਚ 2.0 ਲੀਟਰ ਡੀਜ਼ਲ ਇੰਜਨ ਦੇ ਨਾਲ ਕਈ ਆਧੁਨਿਕ ਫੀਚਰ ਦਿੱਤੇ ਗਏ ਹਨ। ਇਹ SUV ਟਾਟਾ ਸਫਾਰੀ ਤੇ ਹੁੰਡਈ ਅਲਕਜ਼ਾਰ ਵਰਗੀਆਂ ਗੱਡੀਆਂ ਨੂੰ ਸਖਤ ਮੁਕਾਬਲਾ ਦੇਵੇਗੀ। Xiaomi ਨੇ ਭਾਰਤ ਵਿੱਚ ਆਪਣੇ ਨਵੇਂ ਸਮਾਰਟਫੋਨ Redmi Note 17 5G ਨੂੰ ਟੀਜ਼ ਕਰਨਾ ਸ਼ੁਰੂ ਕਰ ਦਿੱਤਾ ਹੈ। ਹਾਲਾਂਕਿ ਕੰਪਨੀ ਨੇ ਅਜੇ ਤੱਕ ਇਸ ਦੀ ਲਾਂਚ ਤਾਰੀਖ ਤੇ ਪੂਰੀਆਂ ਵਿਸ਼ੇਸ਼ਤਾਵਾਂ ਦਾ ਐਲਾਨ ਨਹੀਂ ਕੀਤਾ, ਪਰ ਲੀਕਸ ਅਤੇ ਟੀਜ਼ਰ ਰਾਹੀਂ ਕਈ ਜਾਣਕਾਰੀਆਂ ਸਾਹਮਣੇ ਆਈਆਂ ਹਨ। ਰਿਪੋਰਟਾਂ ਮੁਤਾਬਿਕ 6GB plus 128GB ਵੇਰੀਐਂਟ ਦੀ ਕੀਮਤ ਕਰੀਬ 30,000 ਰੁਪਏ ਅਤੇ 8GB plus 128GB ਵੇਰੀਐਂਟ ਦੀ ਕੀਮਤ ਲਗਭਗ 33,000 ਰੁਪਏ ਹੋ ਸਕਦੀ ਹੈ। ਇਸ ਵਿੱਚ ਕੁਆਲਕਮ ਸਨੈਪਡਰੈਗਨ 4th ਜਨਰੇਸ਼ਨ 4 ਪ੍ਰੋਸੈਸਰ, Android 16 ਆਧਾਰਿਤ ਹਾਈਪਰ OS 3, 12GB ਤੱਕ RAM, 512GB ਤੱਕ ਸਟੋਰੇਜ, 120Hz ਰਿਫਰੈਸ਼ ਰੇਟ ਵਾਲੀ 7 ਇੰਚ ਦੀ ਫੁੱਲ HD plus OLED ਡਿਸਪਲੇ, 50 ਮੈਗਾਪਿਕਸਲ ਰੀਅਰ ਕੈਮਰਾ ਤੇ 8 ਮੈਗਾਪਿਕਸਲ ਫਰੰਟ ਕੈਮਰਾ ਮਿਲ ਸਕਦਾ ਹੈ। ਭਾਰਤ ਵਿੱਚ ਇਸ ਦੀ ਪਹਿਲੀ ਵਿਕਰੀ 11 ਅਗਸਤ ਤੋਂ ਸ਼ੁਰੂ ਹੋਣ ਦੀ ਸੰਭਾਵਨਾ ਹੈ। ਗੂਗਲ ਆਪਣੇ ਡਿਜੀਟਲ ਭੁਗਤਾਨ ਐਪ Google Pay ਵਿੱਚ Gemini AI ਨੂੰ ਸ਼ਾਮਿਲ ਕਰ ਰਿਹਾ ਹੈ, ਜਿਸ ਨਾਲ ਯੂਜ਼ਰ ਆਪਣੇ ਖਰਚਿਆਂ ਅਤੇ ਬਜਟ ਨੂੰ ਹੋਰ ਆਸਾਨੀ ਨਾਲ ਮੈਨੇਜ ਕਰ ਸਕਣਗੇ। ਇਸ ਨਵੇਂ ਫੀਚਰ ਰਾਹੀਂ ਯੂਜ਼ਰ ਆਪਣੇ ਖਰਚਿਆਂ ਦਾ ਵਿਸਥਾਰ ਨਾਲ ਹਿਸਾਬ ਰੱਖ ਸਕਣਗੇ, ਵਿੱਤੀ ਜਾਣਕਾਰੀ ਨੂੰ ਆਸਾਨ ਭਾਸ਼ਾ ਵਿੱਚ ਸਮਝ ਸਕਣਗੇ ਤੇ ਆਪਣੀ ਆਮਦਨ ਤੇ ਲੋੜਾਂ ਅਨੁਸਾਰ ਪੈਸੇ ਬਚਾਉਣ ਲਈ ਨਿੱਜੀ ਸਲਾਹ ਵੀ ਪ੍ਰਾਪਤ ਕਰਨਗੇ। ਇਹ ਫੀਚਰ ਪੂਰੀ ਤਰ੍ਹਾਂ ਵਿਕਲਪਿਕ ਹੋਵੇਗਾ ਤੇ ਡਿਫਾਲਟ ਤੌਰ ਤੇ ਚਾਲੂ ਨਹੀਂ ਰਹੇਗਾ। ਇਸ ਦੇ ਨਾਲ ਹੀ ਗੂਗਲ ਨੇ ਭਾਰਤ ਵਿੱਚ ਰੂਪੇ ਨੈਟਵਰਕ ਆਧਾਰਿਤ ਨਵਾਂ Google Pay Flex SBI ਕਾਰਡ ਵੀ ਲਾਂਚ ਕਰ ਦਿੱਤਾ ਹੈ। ਟੋਇਟਾ ਕਿਰਲੋਸਕਰ ਮੋਟਰ ਨੇ ਭਾਰਤੀ ਬਾਜ਼ਾਰ ਵਿੱਚ ਆਪਣੀ ਮਸ਼ਹੂਰ ਅਤੇ ਮਜ਼ਬੂਤ ਪਿਕਅਪ SUV 2026 ਟੋਇਟਾ ਹਾਈਲਕਸ ਲਾਂਚ ਕਰ ਦਿੱਤੀ ਹੈ। ਕੰਪਨੀ ਨੇ ਇਸ ਵਾਰ ਗਾਹਕਾਂ ਦੀਆਂ ਹਰ ਤਰ੍ਹਾਂ ਦੀਆਂ ਲੋੜਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਇਸ ਨੂੰ ਪਹਿਲਾਂ ਨਾਲੋਂ ਹੋਰ ਆਧੁਨਿਕ ਅਤੇ ਤਾਕਤਵਰ ਬਣਾਇਆ ਹੈ। ਨਵੀਂ ਜਨਰੇਸ਼ਨ ਟੋਇਟਾ ਹਾਈਲਕਸ ਨੂੰ ਸਾਈਬਰ ਸੁਮੋ ਡਿਜ਼ਾਈਨ ਕਨਸੈਪਟ ਅਤੇ ਟਫ ਐਂਡ ਅਜਾਈਲ ਥੀਮ ਦੇ ਆਧਾਰ ਤੇ ਤਿਆਰ ਕੀਤਾ ਗਿਆ ਹੈ। ਇਹ ਗੱਡੀ ਸ਼ਹਿਰ ਦੀਆਂ ਸੜਕਾਂ ਤੇ ਆਰਾਮਦਾਇਕ ਡਰਾਈਵਿੰਗ ਦੇ ਨਾਲ-ਨਾਲ ਮੁਸ਼ਕਿਲ ਅਤੇ ਪਹਾੜੀ ਰਸਤਿਆਂ ਤੇ ਵੀ ਸ਼ਾਨਦਾਰ ਆਫ-ਰੋਡਿੰਗ ਦਾ ਅਨੁਭਵ ਦਿੰਦੀ ਹੈ। ਇਹ ਪਿਕਅਪ IMV ਪਲੇਟਫਾਰਮ ਤੇ ਤਿਆਰ ਕੀਤੀ ਗਈ ਹੈ ਅਤੇ ਇਸ ਵਿੱਚ 2.8 ਲੀਟਰ BS6 ਫੇਜ਼ 2 ਡੀਜ਼ਲ ਇੰਜਨ ਦਿੱਤਾ ਗਿਆ ਹੈ। ਭਾਰਤ ਦੀ ਸਭ ਤੋਂ ਵੱਡੀ ਕਾਰ ਨਿਰਮਾਤਾ ਕੰਪਨੀ ਮਾਰੂਤੀ ਸੁਜ਼ੂਕੀ ਇੰਡੀਆ ਨੇ ਮੌਜੂਦਾ ਵਿੱਤੀ ਸਾਲ ਵਿੱਚ ਕਰੀਬ 9 ਲੱਖ CNG ਵਾਹਨ ਵੇਚਣ ਦਾ ਟੀਚਾ ਰੱਖਿਆ ਹੈ। ਕੰਪਨੀ ਦਾ ਮੰਨਣਾ ਹੈ ਕਿ ਪੱਛਮੀ ਏਸ਼ੀਆ ਵਿੱਚ ਚੱਲ ਰਹੀ ਜੰਗ ਤੋਂ ਬਾਅਦ ਤੇਲ ਦੀਆਂ ਕੀਮਤਾਂ ਵਿੱਚ ਵਾਧੇ ਕਾਰਨ CNG ਵਾਹਨਾਂ ਦੀ ਮੰਗ ਵਿੱਚ ਤੇਜ਼ੀ ਨਾਲ ਵਾਧਾ ਹੋਇਆ ਹੈ। ਮਾਰੂਤੀ ਸੁਜ਼ੂਕੀ ਇੰਡੀਆ ਦੇ ਸੀਨੀਅਰ ਕਾਰਜਕਾਰੀ ਅਧਿਕਾਰੀ ਪਾਰਥੋ ਬੈਨਰਜੀ ਨੇ ਕਿਹਾ ਕਿ ਮੌਜੂਦਾ ਵਿੱਤੀ ਸਾਲ ਦੀ ਪਹਿਲੀ ਤਿਮਾਹੀ ਵਿੱਚ ਕੰਪਨੀ ਨੇ ਵੱਖ-ਵੱਖ ਮਾਡਲ ਸ਼੍ਰੇਣੀਆਂ ਵਿੱਚ 2.2 ਲੱਖ CNG ਵਾਹਨ ਵੇਚੇ ਹਨ।
ਜੋ ਕਿ ਪਿਛਲੇ ਸਾਲ ਦੀ ਇਸੇ ਮਿਆਦ ਦੇ ਮੁਕਾਬਲੇ 58% ਵੱਧ ਹਨ। ਉਨ੍ਹਾਂ ਕਿਹਾ ਕਿ ਪੱਛਮੀ ਏਸ਼ੀਆਈ ਯੁੱਧ ਤੋਂ ਬਾਅਦ ਤੇਲ ਦੀਆਂ ਕੀਮਤਾਂ ਵਿੱਚ ਵਾਧੇ ਕਾਰਨ CNG ਵਾਹਨਾਂ ਦੀ ਮੰਗ ਵਿੱਚ ਵਾਧਾ ਹੋਇਆ ਹੈ। ਮੌਜੂਦਾ ਵਿੱਤੀ ਸਾਲ ਲਈ CNG ਵਾਹਨ ਵਿਕਰੀ ਟੀਚੇ ਬਾਰੇ ਉਨ੍ਹਾਂ ਦੱਸਿਆ ਕਿ ਪਹਿਲੀ ਤਿਮਾਹੀ ਦੇ ਆંકੜਿਆਂ ਦੇ ਆਧਾਰ ਤੇ ਅਸੀਂ ਕਰੀਬ 9 ਲੱਖ ਯੂਨਿਟਾਂ ਦੀ ਵਿਕਰੀ ਦੀ ਉਮੀਦ ਕਰ ਰਹੇ ਹਾਂ। ਫਿਲਹਾਲ ਅੱਜ ਦੀਆਂ ਖਬਰਾਂ ਦੇ ਵਿੱਚ ਇੰਨਾ ਹੀ। ਹੋਰ ਖਬਰਾਂ ਲਈ ਵੇਖਦੇ ਰਹੋ ਮੀਡੀਆ ਲਹਿਰ। ਮੈਂ ਦਿਓ ਇਜਾਜ਼ਤ। ਧੰਨਵਾਦ।